ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਜੁਗੋ ਜੁਗੇ ਅਟਲ। ਛਤਰ ਚਵਰ ਤਖਤ ਦੇ ਮਾਲਿਕ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਵਡਭਾਗੇ ਹੋ ਜਿੱਥੇ ਅੰਮ੍ਰਿਤਮਈ ਪਾਵਨ ਗੁਰਬਾਣੀ ਆਸਾ ਜੀ ਦੀ ਵਾਰ ਦੇ ਕੀਰਤਨ ਆਪ ਜੀ ਨੇ ਸ਼ਰਵਨ ਕੀਤੇ। ਜੁੜ ਬੈਠੇ ਹੋ ਇਸ ਵੇਲੇ ਜੋ ਆਪਾਂ ਲੜੀਵਾਰ ਅੰਮ੍ਰਿਤ ਦੀ ਬਾਣੀ ਆਨੰਦ ਸਾਹਿਬ, ਇਸ ਬਾਣੀ ਦੀ ਵਿਚਾਰ ਆਰੰਭ ਕੀਤੀ ਹੈ, ਉਹਨੂੰ ਸ਼ਰਵਨ ਕਰਨ ਦੇ ਲਈ ਅੱਜ ਦੂਸਰੀ ਪੌੜੀ ਆਪ ਜੀ ਨੇ ਹੁਣੇ ਸ਼ਰਵਨ ਕੀਤੀ। ਇਸ ਪਾਵਨ ਪੌੜੀ, ਇਸ ਪਾਵਨ ਬੰਦ ਦੇ ਅੰਦਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਪਾਵਨ ਉਪਦੇਸ਼ ਕੀ ਰਹਿਮਤ ਮੇਰੇ ਸਾਹਿਬਾਂ ਨੇ ਕੀਤੀ, ਕਿਵੇਂ ਸਾਨੂੰ ਸਮਝਾਇਆ। ਸਾਹਿਬਾਂ ਦੀਆਂ ਰਹਿਮਤਾਂ ਦੇ ਨਾਲ ਅੱਜ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ। ਆਪ ਜੀ ਨੇ ਕਿਰਪਾ ਕਰਨੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪਣੀਆਂ ਮਨ ਬ੍ਰਿਤੀਆਂ ਨੂੰ ਕਰੋ ਇਕਾਗਰ, ਰਸਨਾ ਨੂੰ ਕਰੋ ਪਵਿੱਤਰ, ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਬੰਦ, ਇਸ ਬੰਦ ਦੇ ਅੰਦਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਨ ਨੂੰ ਸੰਬੋਧਨ ਕੀਤਾ ਹੈ। ਤੇ ਮਨ ਨੂੰ ਸੰਬੋਧਨ ਕਰਦਿਆਂ ਗੁਰਦੇਵ ਪਾਤਸ਼ਾਹ ਜੀ ਨੇ ਆਖਿਆ, ਐ ਮੇਰਿਆ ਮਨਾ, ਸਦਾ ਉਸ ਪਰਮਾਤਮਾ ਦੇ ਨਾਲ ਜੁੜੇ ਰਹਿਣ ਦਾ ਯਤਨ ਕਰ। ਐ ਮੇਰਿਆ ਮਨਾ, ਸਦਾ ਉਸ ਪਰਮਾਤਮਾ ਦੇ ਨਾਲ ਜੁੜਿਆ ਰਹਿ। ਇੱਕ ਇਸ ਬਾਣੀ ਦੇ ਪਰਥਾਏ ਮੈਂ ਛੋਟੀ ਜਿਹੀ ਬੇਨਤੀ ਨਾਲ ਪਹਿਲਾਂ ਕਰਦਾ ਜਾਵਾਂ। ਇਸ ਬਾਣੀ ਦੀ ਇੱਕ ਖਾਸੀਅਤ ਹੈ ਆਨੰਦ ਸਾਹਿਬ ਦੀ। ਇਸ ਬਾਣੀ ਦੇ ਅੰਦਰ ਮੇਰੇ ਪਾਤਸ਼ਾਹ ਜੀ ਨੇ ਜਦੋਂ ਵੀ ਜਿਹੜੀ ਵੀ ਪੌੜੀ ਜਾਂ ਜਿਹੜਾ ਬੰਦ ਆਰੰਭ ਕੀਤਾ ਨਾ, ਜਿਵੇਂ ਅੱਜ ਇਸ ਬੰਦ ਦੀ ਪਹਿਲੀ ਪੰਕਤੀ ਹੈ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਤੇ ਇਸੇ ਪੌੜੀ ਦੀ ਅਖੀਰਲੀ ਪੰਕਤੀ ਵੀ ਮਨ ਨੂੰ ਸੰਬੋਧਨ ਕਰਕੇ ਹੀ ਪਾਤਸ਼ਾਹ ਨੇ ਕਹੀ ਹੈ। ਇਹ ਹਰ ਪੌੜੀ ਦੇ ਅੰਦਰ ਇਸੇ ਤਰ੍ਹਾਂ ਹੀ ਹੈ। ਇਹਦਾ ਇੱਕ ਕਾਰਨ ਹੈ, ਅਸੀਂ ਕਿਸੇ ਨੂੰ ਕੋਈ ਗੱਲ ਸਮਝਾਉਣੇ ਆ ਨਾ, ਉਹਨੂੰ ਸਮਝ ਨਾ ਲੱਗੇ ਤੇ ਅਸੀਂ ਰਿਪੀਟ ਕਰਦੇ ਹਾਂ, ਦੁਬਾਰਾ ਉਹਨੂੰ ਫਿਰ ਕਹਿੰਦੇ ਹਾਂ ਵੀ ਤੂੰ ਚੰਗੀ ਤਰ੍ਹਾਂ ਸਮਝ ਜਾ ਇਸ ਗੱਲ ਨੂੰ, ਵੀ ਆਹ ਕੰਮ ਜਿਹੜਾ ਉਹ ਇੱਦਾਂ ਕਰਨਾ ਹੈ, ਚੰਗੀ ਤਰ੍ਹਾਂ ਸਮਝ। ਅਸੀਂ ਰਿਪੀਟ ਕਰਦੇ ਹਾਂ ਉਹਨੂੰ, ਵਾਰ-ਵਾਰ ਸਮਝਾਉਣੇ ਆ ਉਹਨੂੰ। ਇਸ ਬਾਣੀ ਦੇ ਅੰਦਰ ਮੇਰੇ ਪਾਤਸ਼ਾਹ ਜੀ ਨੇ ਵਾਰ-ਵਾਰ ਸਮਝਾਇਆ। ਆਰੰਭ ਵਿੱਚ ਵੀ ਆਖਿਆ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਤੇ ਇਸ ਪੌੜੀ ਦੇ ਅਖੀਰ 'ਤੇ ਵੀ ਪਾਤਸ਼ਾਹ ਜੀ ਨੇ ਆਖਿਆ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਗੱਲ ਉਹੋ ਹੀ ਹੈ। ਪਰ ਮਨ ਨੂੰ ਮੇਰੇ ਪਾਤਸ਼ਾਹ ਨੇ ਕਿਉਂ ਸਮਝਾਇਆ? ਅਸਲ ਵਿੱਚ ਬਾਣੀ ਵਿੱਚ ਕਿਤੇ ਵੀ ਸਰੀਰ ਨੂੰ ਗੁਰੂ ਦੇ ਨਾਲ ਰਹਿਣ ਦੀ ਗੱਲ ਆਈ ਹੀ ਨਹੀਂ ਹੈ, ਕਿਤੇ ਵੀ ਨਹੀਂ।
ਇਹ ਜਿਹੜਾ ਸਾਡਾ ਸਰੀਰ ਹੈ ਨਾ, ਕਦੇ ਵੀ ਕਿਤੇ ਵੀ ਮੇਰੇ ਪਾਤਸ਼ਾਹ ਨੇ ਨਹੀਂ ਆਖਿਆ ਵੀ ਇਹ ਸਰੀਰ ਜਿਹੜਾ ਇਹਨੂੰ ਗੁਰੂ ਦੇ ਨਾਲ ਰੱਖਣਾ ਹੈ, ਸਰੀਰ ਨੂੰ ਬਾਣੀ ਨਾਲ ਜੋੜਨਾ ਹੈ। ਕਦੇ ਇਸ ਸਰੀਰ ਨੂੰ ਸੁਧਾਰਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਆਈ ਨਹੀਂ ਹੈ। ਹਰ ਵਾਰ ਮਨ ਨੂੰ ਸੰਬੋਧਨ ਕੀਤਾ ਗਿਆ, ਮਨਾ ਤੂੰ ਸੰਭਲ ਜਾ। ਹਰ ਵਾਰ ਮਨ ਨੂੰ ਹੀ ਸਮਝਾਇਆ ਗਿਆ, ਕਿਉਂਕਿ ਇਹਦਾ ਇੱਕ ਕਾਰਨ ਹੈ। ਅੰਮ੍ਰਿਤਮਈ ਬਾਣੀ ਵਿੱਚ ਗੁਰੂ ਸਾਹਿਬ ਨੇ ਆਖਿਆ ਕਿ ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਨਾ, ਜੇ ਚਾਹੁੰਦਾ ਹੈ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ, ਫਿਰ ਇੱਕ ਗੱਲ ਸਮਝ ਲੈ, ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ। ਉਹਦੇ ਵਿੱਚ ਮਨ ਵੀ ਗੁਰੂ ਨੂੰ ਸੌਂਪਣਾ ਹੈ। ਪਰਮਾਤਮਾ ਦਾ ਮਿਲਾਪ ਹੈ। ਫਿਰ ਇਹ ਵੀ ਆਖ ਦਿੱਤਾ ਕਿ ਗੁਰੂ ਦਾ ਹੁਕਮ ਜਦੋਂ ਮੰਨੇਗਾ ਨਾ, ਹੁਕਮ ਮੰਨਿਆ ਪਾਈਆ, ਹੁਕਮ ਮੰਨਿਆ ਪਰਮਾਤਮਾ ਮਿਲੇਗਾ। ਪਰ ਆਪਣਾ ਤਨ, ਆਪਣਾ ਮਨ ਅਤੇ ਆਪਣਾ ਧਨ ਜਿਹੜਾ ਹੈ ਨਾ, ਇਹ ਪਾਤਸ਼ਾਹ ਨੇ ਆਖਿਆ ਗੁਰੂ ਨੂੰ ਅਰਪਣ ਕਰ ਦੇ, ਗੁਰੂ ਨੂੰ ਸੌਂਪ ਦੇ। ਉਹਦੇ ਵਿੱਚ ਮਨ ਵੀ ਹੈ। ਮਨ ਕਿਉਂ ਵਾਰ-ਵਾਰ ਮੇਰੇ ਪਾਤਸ਼ਾਹ ਨੇ ਆਖਿਆ? ਮੈਂ ਇੱਕ ਛੋਟੀ ਜਿਹੀ ਉਦਾਹਰਣ ਦੇ ਕੇ ਫਿਰ ਇਸ ਬਾਣੀ ਦੇ ਅਰਥ ਆਪਾਂ ਕਰਨੇ ਆ। ਜਿਸ ਦਿਨ ਰਾਜੇ ਜਨਕ ਨੇ ਆਖਿਆ ਸੀ ਨਾ ਕਿ ਮੈਂ ਗੁਰੂ ਧਾਰਨ ਕਰਨਾ ਹੈ, ਉਹਨੇ ਬੋਲ ਕਹੇ ਸਨ, ਗੁਰੂ ਉਹਨੂੰ ਧਾਰਨ ਮੈਂ ਕਰਨਾ ਹੈ ਜਿਹੜਾ ਮੈਨੂੰ ਘੋੜੇ 'ਤੇ ਚੜ੍ਹਨ ਤੋਂ ਪਹਿਲਾਂ ਪਹਿਲਾਂ ਗਿਆਨ ਦੇ ਦੇਗਾ, ਘੋੜੇ 'ਤੇ ਸਵਾਰੀ ਕਰਨ ਤੋਂ ਪਹਿਲਾਂ ਪਹਿਲਾਂ। ਬੜੇ ਮੇਰੇ ਵਰਗੇ ਆਏ, ਇਹ ਆਸਾਂ ਲੈ ਕੇ ਮਨ ਦੇ ਅੰਦਰ ਆਏ ਕਿ ਅਸੀਂ ਜਨਕ ਦੇ ਗੁਰੂ ਬਣਾਂਗੇ, ਦੁਨੀਆ ਸਾਨੂੰ ਪੂਜੂਗੀ, ਹਰ ਕੋਈ ਕਹੇਗਾ ਕਿ ਰਾਜੇ ਜਨਕ ਦਾ ਗੁਰੂ। ਪਰ ਕੋਈ ਵੀ ਤਸੱਲੀ ਬਖਸ਼ ਜਿਹੜਾ ਜਵਾਬ ਨਾ ਉਸ ਜਨਕ ਨੂੰ ਨਾ ਦੇ ਸਕਿਆ, ਕੋਈ ਵੀ ਨਾ। ਅਖੀਰ ਤੇ ਅਸ਼ਟਾਵਕਰ ਆਇਆ ਸੀ। ਅਸ਼ਟਾਵਕਰ ਜਿਹਦੇ ਸਰੀਰ ਵਿੱਚ 8 ਵਲ ਪੈਂਦੇ ਸਨ। ਬੜਾ ਬੇਢੰਗਾ ਸਰੀਰ ਸੀ ਇਹਦਾ। ਜਦੋਂ ਇਹ ਰਾਜ ਮਹਿਲਾਂ ਵਿੱਚ ਆਇਆ ਤੇ ਬਾਹਮਣ ਪੰਡਤ ਲੋਕ ਵੇਖ ਕੇ ਹੱਸੇ ਸਨ। ਇਹਨੇ ਬੋਲ ਬੜੇ ਕਮਾਲ ਦੇ ਕਹੇ ਸਨ। ਆਖਿਆ ਸੀ, ਜਨਕ ਤੇਰੀ ਇਸ ਸਭਾ ਦੇ ਅੰਦਰ ਚਮਾਰਾਂ ਦਾ ਕੀ ਕੰਮ ਹੈ? ਇਹ ਬੜੇ ਗੁੱਸੇ ਵਿੱਚ ਆਏ ਨਾ, ਬੋਲ ਕਹੇ ਸਨ। ਆਖਿਆ ਸੀ, ਰਾਜਨ ਤੇਰੇ ਦਰਬਾਰ ਵਿੱਚ ਸਾਨੂੰ ਚਮਾਰ ਕਿਹਾ ਗਿਆ, ਅਸੀਂ ਪੰਡਤ ਹਾਂ, ਅਸੀਂ ਬਾਹਮਣ ਹਾਂ, ਅਸੀਂ ਉੱਚੀ ਕੁਲ ਵਾਲੇ। ਤੇ ਅਸ਼ਟਾਵਕਰ ਨੇ ਇਹ ਬੋਲ ਕਹੇ ਸਨ। ਆਖਿਆ ਸੀ, ਭਾਈ ਜਿਹੜਾ ਚੰਮ ਦੀ ਪਰਖ ਕਰਦਾ ਹੈ, ਮੈਂ ਆਇਆ, ਤੁਸੀਂ ਮੇਰੇ ਚੰਮ ਦੀ ਪਰਖ ਕਰਕੇ ਹੱਸੇ, ਤੇ ਚੰਮ ਦੀ ਪਰਖ ਕਰਨ ਵਾਲਾ ਤੇ ਚਮਾਰ ਹੀ ਕਵਾਂਗਾ, ਮੈਂ ਹੋਰ ਕੀ ਕਵਾਂਗਾ। ਇਹਨੇ ਰਾਜੇ ਜਨਕ ਨੂੰ ਆਖਿਆ ਸੀ, ਮੈਂ ਤੈਨੂੰ ਘੋੜੇ ਦੀ ਕਾਠੀ 'ਤੇ ਚੜ੍ਹਨ ਤੋਂ ਪਹਿਲਾਂ ਪਹਿਲਾਂ ਗਿਆਨ ਬਖਸ਼ਾਂਗਾ, ਪਹਿਲਾਂ, ਪਰ ਮੇਰੀ ਇੱਕ ਸ਼ਰਤ ਹੈ। ਉਹਨੇ ਆਖਿਆ, ਕਿਹੜੀ ਸ਼ਰਤ? ਕਹਿੰਦਾ, ਮੈਂ ਗੁਰੂ ਦਕਸ਼ਨਾ ਪਹਿਲਾਂ ਲੈਣੀ ਹੈ। ਮੈਂ ਗੁਰੂ ਦਕਸ਼ਨਾ ਜਿਹੜੀ ਹੈ ਨਾ, ਮੈਨੂੰ ਪਹਿਲਾਂ ਤੈਨੂੰ ਦੇਣੀ ਪਏਗੀ। ਜਨਕ ਨੇ ਆਖਿਆ, ਠੀਕ ਹੈ, ਮੰਗ ਲੈ, ਜੋ ਤੂੰ ਮੰਗੇਗਾ ਉਹ ਤੈਨੂੰ ਮੈਂ ਦੇਵਾਂਗਾ। ਰਾਜੇ ਜਨਕ ਨੇ ਆਖਿਆ। ਇਹਨੇ ਆਖਿਆ ਸੀ, ਮੈਂ ਕੋਈ ਧਨ ਦੌਲਤ ਨਹੀਂ ਮੰਗਣ ਦੇ ਵਾਸਤੇ ਆਇਆ, ਗੁਰੂ ਦਕਸ਼ਨਾ, ਮੈਂ ਤੇਰਾ ਰਾਜ, ਤੇਰੇ ਮਹਿਲ, ਤੇਰਾ ਸਭ ਕੁਝ ਮੰਗਣ ਦੇ ਵਾਸਤੇ ਨਹੀਂ ਆਇਆ। ਜੇ ਤੂੰ ਗੁਰੂ ਦਕਸ਼ਨਾ ਮੈਨੂੰ ਦੇਣੀ ਚਾਹੁੰਦਾ, ਇਹਨੇ ਬੋਲ ਕਹੇ ਸਨ, ਮੈਨੂੰ ਆਪਣਾ ਮਨ ਦੇ ਦੇ, ਆਪਣਾ ਮਨ ਮੈਨੂੰ ਦੇ ਦੇ। ਇਹਨੇ ਆਖਿਆ ਸੀ ਗੁਰੂ ਦਕਸ਼ਨਾ ਦੇ ਤੌਰ 'ਤੇ। ਜਨਕ ਨੇ ਉੱਥੇ ਖੜੇ ਨੇ ਬੋਲ ਕਹੇ ਸਨ ਕਿ ਹਾਂ, ਮੈਂ ਆਪਣਾ ਮਨ ਜਿਹੜਾ ਹੈ ਨਾ ਉਹ ਤੈਨੂੰ ਦਿੱਤਾ ਅੱਜ ਤੋਂ ਬਾਅਦ। ਇਹ ਮੇਰਾ ਨਹੀਂ, ਇਹ ਅੱਜ ਤੋਂ ਬਾਅਦ ਤੇਰਾ ਹੈ। ਕਿਹਦਾ ਹੋ ਗਿਆ ਹੁਣ? ਗੁਰੂ ਦਾ ਹੋ ਗਿਆ ਨਾ ਮਨ। ਇਹ ਘੋੜੇ 'ਤੇ ਚੜ੍ਹਨ ਲੱਗਾ ਤੇ ਅਸ਼ਟਾਵਕਰ ਨੇ ਬੋਲ ਕਹੇ ਸਨ। ਆਖਿਆ ਸੀ, ਜਨਕ ਮੇਰਾ ਮਨ ਕਹਿੰਦਾ ਹੈ ਤੂੰ ਘੋੜੇ 'ਤੇ ਨਹੀਂ ਚੜ੍ਹਨਾ। ਹੁਣ ਮਨ ਤੇ ਗੁਰੂ ਦਾ ਹੋ ਗਿਆ ਸੀ ਕਿ ਮੇਰਾ ਮਨ ਕਹਿੰਦਾ ਹੈ ਘੋੜੇ 'ਤੇ ਨਹੀਂ ਚੜ੍ਹਨਾ। ਤੇ ਜਨਕ ਘੋੜੇ 'ਤੇ ਨਹੀਂ ਚੜ੍ਹਿਆ ਤੇ ਅਸ਼ਟਾਵਕਰ ਦੇ ਚਰਨਾਂ ਵਿੱਚ ਡਿੱਗ ਪਿਆ ਸੀ। ਸਮਝ ਆ ਗਈ ਨਾ ਕਿ ਜਦੋਂ ਮਨ ਹੀ ਗੁਰੂ ਨੂੰ ਦੇ ਦਿੱਤਾ, ਫਿਰ ਜਿਵੇਂ ਗੁਰੂ ਚਲਾਏਗਾ ਉਸੇ ਤਰ੍ਹਾਂ ਹੀ ਚੱਲੇਗਾ। ਫਿਰ ਵਾਧ ਘਾਟ ਦੀ ਕੋਈ ਗੱਲ ਹੀ ਨਹੀਂ ਹੈ। ਅਸਲ ਵਿੱਚ ਸਮਝਾਉਣਾ ਜਿਹੜਾ ਉਹ ਮਨ ਨੂੰ ਹੈ, ਅਸਲ ਵਿੱਚ ਮੋੜਨਾ। ਦੌੜਦਾ ਵੀ ਮਨ ਹੈ, ਫਿਰ ਸਮਝਿਓ, ਦੌੜਦਾ ਵੀ ਮਨ ਹੈ। ਤੇ ਬਾਣੀ ਨੇ ਵਾਰ-ਵਾਰ ਆਖਿਆ ਕਿ ਮੋੜ ਕੇ ਵੀ ਮਨ ਨੂੰ ਹੀ ਲੈ ਕੇ ਆਉਣਾ ਹੈ। ਮੋੜਨਾ ਗੁਰੂ ਦੇ ਵੱਲ ਹੈ। ਜੇ ਗੁਰੂ ਵੱਲ ਮੁੜ ਗਿਆ ਤੇ ਇਹੀ ਸਾਡਾ ਮਨ ਜਿਹੜਾ ਉਹ ਪਰਮਾਤਮਾ ਵਾਲੇ ਪਾਸੇ ਨੂੰ ਫਿਰ ਮੁੜ ਜਾਏਗਾ। ਕਿਉਂਕਿ ਬਾਣੀ ਨੇ ਬੋਲ ਕਹੇ ਨੇ, ਮਨ ਤੂੰ ਜੋਤ ਸਰੂਪ ਹੈ। ਇਹ ਕਦੇ ਨਹੀਂ ਆਖਿਆ ਕਿ ਮਨ ਜਿਹੜਾ, ਇਹ ਵੀ ਬੇਨਤੀ ਮੈਂ ਜ਼ਰੂਰ ਕਰਾਂਗਾ ਕਿ ਮਨ ਹੀ ਜਦੋਂ ਭਟਕਦਾ ਹੈ ਤੇ ਪਰਮਾਤਮਾ ਤੋਂ ਦੂਰ ਲੈ ਕੇ ਜਾਂਦਾ ਇਨਸਾਨ ਨੂੰ। ਮਨ ਜਿਹੜਾ ਹੈ, ਪਾਤਸ਼ਾਹ ਨੇ ਆਖਿਆ ਹੈ ਬਾਣੀ ਦੇ ਅੰਦਰ ਮਨ ਨੂੰ ਕਿ ਮਨ ਤੂੰ ਜੋਤ ਸਰੂਪ ਹੈ। ਮਨ ਜੋਤ ਸਰੂਪ ਹੈ।
ਇਹਨੂੰ ਆਖਿਆ ਆਪਣਾ ਮੂਲ ਪਛਾਣ, ਪਛਾਣ ਆਪਣੇ ਮੂਲ ਨੂੰ। ਇਹ ਮਨ ਪਰਮਾਤਮਾ ਦੇ ਮਿਲਾਪ ਦਾ ਸਾਧਨ ਹੈ, ਇੱਕ ਤਰੀਕਾ ਹੈ। ਪਰ ਇੱਕ ਗੱਲ ਹੋਰ ਵੀ ਜ਼ਰੂਰ ਹੈ, ਜੇ ਮਨ ਜੋਤ ਸਰੂਪ ਹੈ ਨਾ, ਤੇ ਪਾਤਸ਼ਾਹ ਨੇ ਬਾਣੀ ਦੇ ਅੰਦਰ ਮਨ ਦੇ ਵਾਸਤੇ ਇੱਕ ਹੋਰ ਸ਼ਬਦ ਵੀ ਕਹੇ, ਉੱਥੇ ਕਹਿ ਦਿੱਤਾ ਮਨ ਤੂੰ ਗਰਭ ਅਟਿਆ। ਇੱਕ ਪਾਸੇ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਤੂੰ ਜੋਤ ਸਰੂਪ ਹੈ, ਮਨ ਪ੍ਰਕਾਸ਼ ਸਵਰੂਪ ਹੈ ਤੂੰ। ਤੇ ਇੱਕ ਪਾਸੇ ਮਨ ਨੂੰ ਕਹਿ ਦਿੱਤਾ ਤੂੰ ਗਰਭ ਅਟਿਆ ਵੀ ਹੈ, ਤੂੰ ਗਰਭ ਦੇ ਨਾਲ, ਹੰਕਾਰ ਦੇ ਨਾਲ ਵੀ ਮਨਾ ਤੂੰ ਹੀ ਭਰਿਆ ਪਿਆ ਹੈ। ਪਰਮਾਤਮਾ ਬੈਠਾ ਵੀ ਮਨ ਦੇ ਅੰਦਰ ਹੀ ਹੈ। ਵੇਖੋ ਫਰਕ ਸਮਝੀਏ ਨਾ ਇਸ ਗੱਲ ਨੂੰ। ਐਵੇਂ ਮਨ ਨੂੰ ਥੋੜ੍ਹੀ ਸੰਬੋਧਨ ਪਾਤਸ਼ਾਹ ਨੇ ਕੀਤਾ, ਵਾਰ-ਵਾਰ ਕੀਤਾ, ਇੱਕ ਵਾਰ ਨਹੀਂ ਬੜੀ ਵਾਰ ਆ, ਸੈਂਕੜੇ ਵਾਰ। ਇਸ ਮਨ ਦੇ ਅੰਦਰ ਹੀ ਪਰਮਾਤਮਾ ਬੈਠਾ ਹੈ, ਇਸੇ ਹਿਰਦੇ ਦੇ ਅੰਦਰ ਹੀ ਹੈ, ਕਿਤੇ ਬਾਹਰ ਨਹੀਂ ਹੈ। ਪਰ ਇਸੇ ਮਨ ਨੂੰ ਇੱਕ ਪਾਤਸ਼ਾਹ ਨੇ ਹੋਰ ਬੜੇ ਕਮਾਲ ਦੀ ਉਦਾਹਰਨ ਦੇ ਕੇ ਸਮਝਾਇਆ ਸਾਨੂੰ, ਬੜੇ ਕਮਾਲ ਦੀ ਉਦਾਹਰਨ। ਕਹਿੰਦੇ ਇਹੀ ਮਨ ਹੈ ਜਿਹੜਾ ਸਭ ਕੁਝ ਜਾਣਦਾ ਵੀ ਹੈ, ਇਹੀ ਸਾਡਾ ਮਨ ਹੈ। ਐਵੇਂ ਮਨ ਗੁਰੂ ਨੂੰ ਥੋੜ੍ਹੀ ਦੇਣਾ। ਪਾਤਸ਼ਾਹ ਕਹਿੰਦੇ ਮਨ ਜਾਣਤ ਸਭ ਬਾਤ, ਮਨ ਸਭ ਕੁਝ ਜਾਣਦਾ ਹੈ। ਇਹ ਥੋੜ੍ਹਾ ਜਿਹਾ ਧਿਆਨ ਨਾਲ ਸਮਝ ਲਿਓ। ਗੁਰੂ ਸਾਹਿਬ ਨੇ ਆਖਿਆ ਕਿ ਮਨ ਜਾਣਤ ਸਭ ਬਾਤ, ਮਨ ਸਾਡਾ ਸਾਰੀਆਂ ਬਾਤਾਂ, ਸਾਰੀਆਂ ਗੱਲਾਂ, ਮਨ ਸਾਡੇ ਨੂੰ ਪਤਾ ਹੈ ਕਿ ਸਾਡੇ ਲਈ ਚੰਗਾ ਕੀ ਹੈ ਅਤੇ ਮਾੜਾ ਕੀ ਹੈ। ਸਾਡੇ ਤੋਂ ਕਦੇ, ਸਾਡੇ ਮਨ ਤੋਂ ਕਦੇ ਨਹੀਂ ਲੁਕਿਆ। ਇੱਕ ਵਾਰ ਇਹ ਮਨ ਸਾਨੂੰ ਅਗਾਹ ਵੀ ਕਰਦਾ ਹੈ, ਰੋਕਦਾ ਵੀ ਇੱਕ ਵਾਰ ਵੀ ਆਹ ਕੰਮ ਜਿਹੜਾ ਕਰਨ ਲੱਗਾ ਤੂੰ ਇਹ ਗਲਤ ਹੈ। ਪਰ ਪਾਤਸ਼ਾਹ ਪਤਾ ਕੀ ਕਹਿੰਦੇ, ਫਿਰ ਦੂਜੇ ਪਾਸਿਓਂ ਇਹੀ ਮਨ ਕਹਿੰਦਾ ਨਹੀਂ ਕਰ ਲਾ, ਕੋਈ ਨਹੀਂ, ਇੱਕ ਵਾਰ ਕਰਨ 'ਚ ਕੀ ਜਾਂਦਾ ਹੈ। ਮਨ ਜਾਣਤ ਸਭ ਬਾਤ, ਮਨ ਸਾਰੀਆਂ ਬਾਤਾਂ ਜਾਣਦਾ, ਮਨ ਨੂੰ ਸਭ ਪਤਾ ਹੈ। ਪਰ ਸੱਚੇ ਪਾਤਸ਼ਾਹ ਕਹਿੰਦੇ ਜਾਣਤ ਹੀ ਔਗਣ ਕਰੈ, ਮਨ ਸਭ ਕੁਝ ਜਾਣਨ ਤੋਂ ਬਾਵਜੂਦ ਵੀ ਔਗਣ ਹੀ ਕਰਦਾ ਹੈ। ਤੇ ਪਤਾ ਉਦਾਹਰਨ ਕੀ ਦੇ ਕੇ ਸਮਝਾਇਆ ਪਾਤਸ਼ਾਹ ਨੇ। ਕਹਿੰਦੇ ਇੱਕ ਇਨਸਾਨ ਹੱਥ ਦੇ ਅੰਦਰ ਦੀਵਾ ਫੜਿਆ ਹੋਵੇ, ਚਲੋ ਅੱਜ ਦੇ ਸਮੇਂ ਵਿੱਚ ਆਪਾਂ ਲੈ ਲਈਏ, ਘੁੱਪ ਹਨੇਰੇ ਵਿੱਚ ਕੋਈ ਇਨਸਾਨ ਬੜਾ ਸੰਘਣਾ ਹਨੇਰਾ ਹੋਵੇ ਅਤੇ ਉਸ ਹਨੇਰੇ ਵਿੱਚ ਜਾ ਰਿਹਾ ਹੋਵੇ ਅਤੇ ਹੱਥ ਦੇ ਅੰਦਰ ਉਹਨੇ ਟਾਰਚ ਫੜੀ ਹੋਵੇ, ਰੌਸ਼ਨੀ ਹੋਵੇ ਉਹਦੇ ਕੋਲ, ਅਤੇ ਹੱਥ ਦੇ ਅੰਦਰ ਰੌਸ਼ਨੀ ਹੋਣ ਦੇ ਬਾਵਜੂਦ ਵੀ ਇਨਸਾਨ ਖੂਹ ਵਿੱਚ ਡਿੱਗ ਪਏ, ਅਸੀਂ ਉਹਨੂੰ ਕੀ ਕਵਾਂਗੇ? ਮੂਰਖ ਹੀ ਕਵਾਂਗੇ ਨਾ। ਇਹੀ ਕਵਾਂਗੇ ਕਿ ਵੀ ਜੇ ਹਨੇਰਾ ਬੜਾ ਸੰਘਣਾ ਹੈ ਅਤੇ ਤੇਰੇ ਹੱਥ ਵਿੱਚ ਵੀ ਤੇ ਚਾਨਣ ਹੈ, ਲਾਈਟ ਹੈ, ਟਾਰਚ ਹੈ, ਅਤੇ ਟਾਰਚ ਜਗਾ ਕੇ ਤੂੰ ਜਾ ਰਿਹਾ ਹੈ, ਤੈਨੂੰ ਖੂਹ ਦਿਸਦਾ ਵੀ ਪਿਆ ਹੈ, ਅੱਗੇ ਖੂਹ ਹੈ, ਅਤੇ ਤੂੰ ਫਿਰ ਵੀ ਖੂਹ ਵਿੱਚ ਡਿੱਗ ਪਏ। ਅਤੇ ਪਾਤਸ਼ਾਹ ਕਹਿੰਦੇ ਫਿਰ ਤੇਰੇ ਤੋਂ ਵੱਡਾ ਕੋਈ ਮੂਰਖ ਨਹੀਂ ਹੈ। ਮਨ ਜਾਣਤ ਸਭ ਬਾਤ, ਮਨ ਜਾਣਦਾ ਹੈ। ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰ, ਹੱਥ ਵਿੱਚ ਦੀਵਾ ਤੇ ਫਿਰ ਵੀ ਖੂਹ ਵਿੱਚ ਕਹਿੰਦੇ ਡਿੱਗ ਪਿਆ। ਇਹ ਮਨ ਹੀ ਹੈ ਜਿਹੜਾ ਪਰਮਾਤਮਾ ਦੇ ਨੇੜੇ ਵੀ ਲੈ ਕੇ ਜਾਂਦਾ ਹੈ ਅਤੇ ਜਿਹੜਾ ਸਾਨੂੰ ਪਰਮਾਤਮਾ ਤੋਂ ਦੂਰ ਵੀ ਕਰਦਾ ਹੈ। ਮਨ ਹੀ ਹੈ। ਬੜੀਆਂ ਉਦਾਹਰਨਾਂ ਨੇ ਮਨ ਦੇ ਅੰਦਰ। ਸਮੇਂ ਦੀ ਨਜ਼ਾਕਤ ਨੂੰ ਵੇਖਣਾ ਪਏਗਾ। ਅੱਜ ਪਾਤਸ਼ਾਹ ਨੇ ਇਸੇ ਮਨ ਨੂੰ ਆਖਿਆ ਕਿ ਇਹ ਮਨ ਮੇਰੇ ਆ। ਅੱਗੇ ਜਾ ਕੇ ਇਹ ਮਨ ਪਿਆਰਿਆ ਵੀ ਆਉਣਾ ਹੈ, ਬੜਾ ਕੁਛ ਆਉਣਾ ਇਹਦੇ ਵਿੱਚ ਹੀ, ਆਪਾਂ ਸਾਰੀ ਬਾਣੀ ਵਿਚਾਰਨੀ ਹੈ। ਅੱਜ ਆਖਿਆ ਇਹ ਮਨ ਮੇਰਿਆ, ਇਹ ਮੇਰਿਆ ਮਨਾ, ਮਨ ਸੰਬੋਧਨ ਹੈ, ਇਹ ਮੇਰਿਆ ਮਨਾ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ, ਪਰਮਾਤਮਾ ਦੇ ਨਾਲ। ਮਨਾ ਤੂੰ ਪਰਮਾਤਮਾ ਤੋਂ ਪਿੱਠ ਕਰਕੇ ਪਰਮਾਤਮਾ ਵਾਲੇ ਪਾਸਿਓਂ ਦੌੜ ਨਾ, ਪਰਮਾਤਮਾ ਵੱਲ ਮੂੰਹ ਕਰਕੇ ਉਹਦੇ ਵੱਲ ਦੌੜ, ਉਹਦੇ ਵੱਲ, ਉਹਦੇ ਤੋਂ ਪਿੱਠ ਕਰਕੇ ਨਹੀਂ ਦੌੜਨਾ, ਉਹਦੇ ਵੱਲ ਮੂੰਹ ਕਰਕੇ ਦੌੜ। ਅਸੀਂ ਸੂਰਜ ਵੱਲ ਪਿੱਠ ਕਰਾਂਗੇ ਨਾ, ਸੂਰਜ ਦੇ ਵੱਲ, ਅਤੇ ਪਰਛਾਵਾਂ ਅੱਗੇ ਅੱਗੇ ਦੌੜਦਾ ਜਾਏਗਾ, ਉਹ ਕਾਬੂ ਨਹੀਂ ਆਉਂਦਾ। ਪਰਛਾਵਾਂ ਅੱਗੇ ਅੱਗੇ ਦੌੜਦਾ ਜਾਏਗਾ। ਜਦੋਂ ਸੂਰਜ ਦੇ ਵੱਲ ਮੂੰਹ ਕਰਕੇ ਦੌੜਾਂਗੇ ਅਤੇ ਪਰਛਾਵਾਂ ਵੀ ਪਿੱਛੇ ਪਿੱਛੇ ਦੌੜਦਾ ਆਏਗਾ, ਪਿੱਛੇ ਪਿੱਛੇ ਨਾਲ ਨਾਲ ਚੱਲੇਗਾ। ਮਨਾ ਕਹਿੰਦੇ ਹੋਰ ਪਾਸੇ ਨਹੀਂ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ, ਸਦਾ, ਇੱਕ ਵਾਰ ਨਹੀਂ। ਇੱਕ ਵਾਰ ਪਰਮਾਤਮਾ ਨਾਲ ਜੁੜ ਗਿਆ ਫਿਰ ਉਸੇ ਪਾਸੇ ਚਲਾ ਗਿਆ। ਕਹਿੰਦੇ ਸਦਾ ਰਹੋ, ਸਦਾ ਉਸ ਪਰਮਾਤਮਾ ਦੇ ਨਾਲ ਰਹਿ, ਸਦਾ ਮੇਰਿਆ ਮਨਾ ਉਸ ਪਰਮਾਤਮਾ ਦਾ ਬਣ, ਹਰ ਨਾਲ ਰਹੋ ਤੂੰ ਮਨ ਮੇਰੇ,
ਵਾਰ-ਵਾਰ ਸੰਬੋਧਨ ਕਰ ਰਹੇ ਨੇ, ਮਨਾ ਮੇਰਿਆ ਮਨਾ, ਮੈਂ ਤੈਨੂੰ ਫਿਰ ਕਹਿਣਾ ਤੂੰ ਹਰ ਨਾਲ ਰਹਿ, ਪਰਮਾਤਮਾ ਦਾ ਬਣ ਕੇ ਰਹਿ, ਪਰਮਾਤਮਾ ਦੀ ਯਾਦ ਵਿੱਚ ਜੁੜ। ਕਹਿੰਦੇ ਮੈਂ ਦੁਬਾਰਾ ਤੈਨੂੰ ਕਹਿ ਰਿਹਾ, ਸੱਚੇ ਪਾਤਸ਼ਾਹ ਕਹਿੰਦੇ ਹਰ ਨਾਲ ਰਹੋ ਤੂੰ, ਤੇ ਕੀ ਕਹਿੰਦੇ, ਮੰਨ ਮੇਰਿਆ ਮਨਾ ਮੰਨ ਲੈ ਮੇਰੀ ਗੱਲ, ਮੰਨ ਲੈ ਚੰਗੀ ਤਰ੍ਹਾਂ। ਫਿਰ ਕੀ ਹੋਏਗਾ, ਦੁੱਖ ਸਭ ਵਿਸਾਰਨਾ, ਸਾਰੇ ਦੁੱਖ ਜਿਹੜੇ ਨੇ ਨਾ ਉਹ ਵਿਸਰ ਜਾਣਗੇ, ਖਤਮ ਹੋ ਜਾਣਗੇ। ਸਾਰੇ ਦੁੱਖ ਜਿਹੜੇ ਨੇ ਉਹ ਨੱਸ ਜਾਣਗੇ, ਉਹ ਸਰੀਰਕ ਦੁੱਖ ਵੀ ਤੇ ਅਧਿਆਤਮਿਕ ਦੁੱਖ ਵੀ। ਸਾਰੇ ਦੁੱਖ ਬੜੇ ਨੇ, ਕੋਈ ਇੱਕ ਦੁੱਖ ਨਹੀਂ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ। ਦੁੱਖ ਬੜੇ ਨੇ। ਪਾਤਸ਼ਾਹ ਕਹਿੰਦੇ ਦੁੱਖ ਸਭ ਵਿਸਾਰਨਾ, ਇੱਕ ਦੋ ਨਹੀਂ, ਸਾਰੇ ਦੁੱਖ ਜਿਹੜੇ ਉਹ ਖਤਮ ਹੋ ਜਾਣਗੇ। ਪਰ ਕਿਵੇਂ, ਹਰ ਨਾਲ ਰਹੋ ਤੂੰ ਮਨ ਮੇਰੇ। ਮਨ ਇੱਥੇ ਟਿੱਪੀ ਨਾਲ ਹੈ, ਮਨ ਮੇਰੇ, ਇੱਕ ਮਨ ਹੈ, ਇੱਕ ਮਨ। ਮੇਰਿਆ ਮਨਾ ਮੰਨ ਜਾ ਇਸ ਗੱਲ ਨੂੰ, ਤੂੰ ਹਰੀ ਪਰਮਾਤਮਾ ਦੇ ਨਾਲ ਰਹਿ। ਅੰਗੀਕਾਰ ਉਹ ਕਰੇ ਤੇਰਾ। ਅਸੀਂ ਨਾ ਕਈ ਵਾਰ ਕੀ ਹੁੰਦਾ ਹੈ, ਜਦੋਂ ਆਨੰਦ ਸਾਹਿਬ ਦਾ ਪਾਠ ਕਰਦੇ ਆ ਨਾ ਤਾਂ ਅਸੀਂ ਇਹਨੂੰ ਛੇਤੀ ਪੜ੍ਹਦੇ ਹਾਂ। ਥੋੜ੍ਹਾ ਜਿਹਾ ਧਿਆਨ ਮੇਰੇ ਵੱਲ ਦਿਆ ਜੇ। ਅਸੀਂ ਕੀ ਪੜ੍ਹ ਜਾਂਦੇ ਹਾਂ ਇਹਨੂੰ ਛੇਤੀ ਛੇਤੀ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ। ਇੱਦਾਂ ਕਰਦੇ ਨਾ ਆਪਾਂ, ਅੰਗੀਕਾਰੋ। ਅਸਲ ਵਿੱਚ ਸ਼ਬਦ ਦੇ ਅੰਗੀਕਾਰ ਉਹ ਕਰੇ ਤੇਰਾ, ਅੰਗੀਕਾਰੋ ਨਹੀਂ ਹੈ। ਅੰਗੀਕਾਰ ਉਹ, ਇਹ ਦੋ ਵੱਖੋ ਵੱਖ ਸ਼ਬਦ ਨੇ। ਕਰੇ ਤੇਰਾ, ਉਹ ਤੈਨੂੰ ਆਪਣਾ ਬਣਾ ਲਏਗਾ, ਸਦਾ ਦੇ ਵਾਸਤੇ ਤੈਨੂੰ ਆਪਣੇ ਅੰਗ ਦੇ ਨਾਲ ਲਾ ਲਏਗਾ ਉਹ ਪਰਮਾਤਮਾ, ਜੇ ਤੂੰ ਉਸ ਪਰਮਾਤਮਾ ਦੇ ਨਾਲ ਮੇਰਿਆ ਮਨਾ ਰਹੇਗਾ। ਤੇ ਫਿਰ ਤੇਰੇ ਤੇ ਉਸ ਪਰਮਾਤਮਾ ਵਿੱਚ ਫਰਕ ਨਹੀਂ ਰਹੇਗਾ। ਅੰਗੀਕਾਰ ਉਹ ਦਾ ਅਰਥ ਇੱਥੇ ਪਰਮਾਤਮਾ ਹੈ। ਕਰੇ ਤੇਰਾ ਕਾਰਜ ਸਭ ਸਵਾਰਨਾ, ਭਲਿਆ ਉਹ ਤੇਰੇ ਸਾਰੇ ਕਾਰਜ ਵੀ ਪਰਮਾਤਮਾ ਸਵਾਰੇਗਾ। ਕਾਰਜ ਸਤਿਗੁਰ ਆਪ ਸਵਾਰਿਆ, ਕਾਰਜ ਸਵਾਰਨ ਵਾਲਾ ਹੀ ਗੁਰੂ ਹੈ। ਉਹ ਸਾਰੇ ਤੇਰੇ ਕਾਰਜ ਵੀ ਸਵਾਰ ਦੇਗਾ, ਤੇਰੇ ਸਾਰੇ ਕਾਰਜ ਵੀ ਉਹ ਰਾਸ ਕਰੇਗਾ। ਪਰ ਜਦੋਂ ਤੂੰ ਉਹਦੇ ਅੰਗੀਕਾਰ ਬਣ ਕੇ ਰਹੇਗਾ, ਉਹਦੇ ਨਾਲ ਲੱਗੇਗਾ, ਉਹਦਾ ਬਣੇਗਾ ਮਨਾ ਤਾਂ। ਤੇ ਜੇ ਤੂੰ ਉਸ ਪਰਮਾਤਮਾ ਦਾ ਨਹੀਂ ਬਣਿਆ ਤੇ ਫਿਰ ਪਰਮਾਤਮਾ ਤੇਰਾ ਕਿਵੇਂ ਬਣੇਗਾ? ਅਸਲੀਅਤ ਹੈ ਇਸ ਗੱਲ ਵਿੱਚ, ਸੱਚਾਈ ਹੈ ਬੜੀ ਵੱਡੀ। ਅਸੀਂ ਕਿਸੇ ਦੇ ਨਹੀਂ ਬਣਦੇ ਤੇ ਉਹ ਸਾਡਾ ਕਿਵੇਂ ਅੱਗੋਂ ਬਣੇਗਾ? ਇਹ ਸੋਚ ਲਈਏ ਨਾ ਇਸ ਗੱਲ ਨੂੰ। ਪਾਤਸ਼ਾਹ ਕਹਿੰਦੇ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਕਹਿੰਦੇ ਉਹ ਜਿਹੜਾ ਪਰਮਾਤਮਾ ਹੈ ਨਾ ਉਹ ਸਭਨਾ ਗੱਲਾਂ ਸਮਰੱਥ ਸੁਆਮੀ ਹੈ। ਸਮਰੱਥ ਹੈ ਉਹ ਪਰਮਾਤਮਾ, ਸਭਨਾ ਗੱਲਾਂ ਸਮਰੱਥ ਸੁਆਮੀ। ਸਭ ਕੁਝ ਉਹਦੇ ਹੱਥ ਹੈ, ਸਭ ਕੁਝ ਉਹਦੇ ਵਸ ਹੈ। ਜਿਵੇਂ ਉਹ ਕਰਦਾ ਹੈ ਉਸੇ ਤਰ੍ਹਾਂ ਹੀ ਹੁੰਦਾ ਹੈ। ਮਨਾ ਇਹ ਗੱਲ ਸਮਝ ਲੈ, ਜਿਵੇਂ ਉਹ ਕਰਦਾ ਹੈ ਨਾ ਪਰਮਾਤਮਾ ਉਸੇ ਤਰ੍ਹਾਂ ਹੀ ਹੁੰਦਾ ਹੈ। ਉਹ ਸਮਰੱਥ ਹੈ, ਸਭ ਕੁਝ ਕਰਨ ਵਾਲਾ, ਸਭ ਕੁਝ ਕਰਵਾਉਣ ਵਾਲਾ। ਸੋ ਕਿਉਂ ਮਨੋਂ ਵਿਸਾਰੇ, ਮਨਾ ਆਪਣੇ ਅੰਦਰੋਂ ਕਿਉਂ ਉਸ ਪਰਮਾਤਮਾ ਨੂੰ ਵਿਸਾਰ ਰਿਹਾ? ਅਸੀਂ ਮੰਗਦੇ ਹਾਂ ਨਾ, ਵਿਸਰ ਨਾਹੀਂ ਦਾਤਾਰ, ਮੰਗਦੇ ਹਾਂ ਨਾ, ਪਰ ਮੰਗ ਕੇ ਫਿਰ ਵਿਸਾਰ ਦਿੰਦੇ ਹਾਂ ਉਹਨੂੰ। ਮੰਗਦੇ ਜ਼ਰੂਰ ਹਾਂ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਪਰ ਇੱਥੇ ਪਾਤਸ਼ਾਹ ਨੇ ਆਖਿਆ ਸੋ ਕਿਉਂ ਮਨੋਂ ਵਿਸਾਰੇ। ਮੇਰਿਆ ਮਨਾ ਉਹਨੂੰ ਆਪਣੇ ਅੰਦਰੋਂ ਕਿਉਂ ਵਿਸਾਰਦਾ ਉਸ ਪਰਮਾਤਮਾ ਨੂੰ? ਕਿਉਂ ਆਪਣੇ ਅੰਦਰੋਂ ਉਸ ਪਰਮਾਤਮਾ ਨੂੰ ਭੁਲਾ ਰਿਹਾ ਹੈ? ਅਸੀਂ ਜਿੰਨਾ ਮਰਜ਼ੀ ਯਤਨ ਕਰ ਲਈਏ, ਪਰਮਾਤਮਾ ਪ੍ਰਗਟ ਮਨ ਦੇ ਵਿੱਚੋਂ ਹੀ ਹੋਣਾ। ਦੋ ਸੁਭਾਅ ਨੇ ਇਸ ਮਨ ਦੇ। ਵਿਦਵਾਨ ਸੱਜਣ ਕਹਿੰਦੇ ਦੋ ਸੁਭਾਅ ਨੇ। ਪਹਿਲਾ, ਇਸ ਮਨ ਦਾ ਅਸਲ ਸੁਭਾਅ ਜਿਹੜਾ ਨਾ ਅਸੀਂ ਬਣਾ ਲਿਆ ਜਾਂ ਇਸ ਮਨ ਦਾ ਬਣ ਗਿਆ, ਉਹ ਹੈ ਬਾਹਰ ਮੁਖੀ। ਬਾਹਰ ਮੁਖੀ ਦਾ ਭਾਵ ਹੈ ਕਿ ਮਨ ਬਾਹਰ ਨੂੰ ਦੌੜਦਾ ਹੈ, ਬਾਹਰ ਵੱਲ, ਦੁਨੀਆ ਵੱਲ, ਸੰਸਾਰ ਵੱਲ। ਇਸ ਮਨ ਨੂੰ ਨਾ ਦੁਨੀਆ ਚੰਗੀ ਲੱਗਦੀ ਹੈ, ਸੰਸਾਰ ਚੰਗਾ ਲੱਗਦਾ ਹੈ, ਨਿਰੰਕਾਰ ਚੰਗਾ ਨਹੀਂ ਲੱਗਦਾ ਸਾਡੇ ਇਸ ਮਨ ਨੂੰ। ਕਿਉਂ? ਕਿਉਂਕਿ ਇਹਦਾ ਸੁਭਾਅ ਅਸੀਂ ਬਾਹਰ ਮੁਖੀ ਕਰ ਲਿਆ, ਬਾਹਰ ਵੱਲ ਦੌੜਦਾ ਹੈ, ਸੰਸਾਰ ਵੱਲ। ਅਤੇ ਜਦੋਂ ਅਸੀਂ ਇਹਦਾ ਮਨ ਅੰਦਰ ਨੂੰ ਕਰ ਲਿਆ ਸੁਭਾਅ, ਇਹ ਅੰਤਰਮੁਖੀ ਹੋ ਗਿਆ ਮਨ, ਫਿਰ ਇਹ ਬਾਹਰ ਨਹੀਂ ਦੌੜੇਗਾ, ਇਹ ਅੰਦਰ ਦੌੜੇਗਾ। ਬਾਹਰ ਦੌੜਦਾ ਹੈ ਸੰਸਾਰ ਵੱਲ, ਅਤੇ ਜਿਸ ਦਿਨ ਮਨ ਨੇ ਅੰਦਰ ਦੌੜਨਾ ਸ਼ੁਰੂ ਕਰ ਦਿੱਤਾ, ਉਸ ਦਿਨ ਇਹ ਨਿਰੰਕਾਰ ਵੱਲ ਦੌੜਨ ਲੱਗ ਪਏਗਾ। ਨਿਰੰਕਾਰ ਵੀ ਤਾਂ ਇੱਥੇ ਮਨ ਦੇ ਅੰਦਰ ਹੀ ਹੈ। ਬਸ ਉਸ ਦਿਨ ਇਹਦਾ
ਸੁਭਾਅ ਜਿਹੜਾ ਉਹ ਬਦਲ ਜਾਏਗਾ। ਫਿਰ ਦੁਨੀਆਦਾਰੀ ਨਹੀਂ ਚੰਗੀ ਲੱਗਦੀ, ਫਿਰ ਦੁਨੀਆ ਦੇ ਰੰਗ ਤਮਾਸ਼ੇ। ਹਾਂ, ਜਿੰਨੀ ਦੇਰ ਸੁਭਾਅ ਬਾਹਰ ਮੁਖੀ ਹੈ ਉਨੀ ਦੇਰ ਦੁਨੀਆ ਦੇ ਰੰਗ ਤਮਾਸ਼ੇ ਮਨ ਨੂੰ ਚੰਗੇ ਲੱਗਦੇ ਨੇ। ਇਹ ਖੇਡਾਂ ਚੰਗੀਆਂ ਲੱਗਦੀਆਂ ਨੇ। ਜਿਸ ਦਿਨ ਅੰਤਰਮੁਖੀ ਸੁਭਾਅ ਹੋ ਗਿਆ ਇਸ ਮਨ ਦਾ, ਉਸ ਦਿਨ ਪਰਮਾਤਮਾ ਦੀ ਬੰਦਗੀ ਚੰਗੀ ਲੱਗੇਗੀ, ਉਹਦੇ ਨਾਲ ਪਿਆਰ ਜੁੜੇਗਾ, ਪਰਮਾਤਮਾ ਦੀ ਬੰਦਗੀ ਦੇ ਵੱਲ ਧਿਆਨ ਜਾਏਗਾ। ਫਿਰ ਜਦੋਂ ਮਨ ਹੀ ਗੁਰੂ ਨੂੰ ਦੇ ਦਿੱਤਾ, ਜਦੋਂ ਮਨ ਸੌਂਪ ਹੀ ਗੁਰੂ ਨੂੰ ਦਿੱਤਾ, ਤੇ ਫਿਰ ਗੁਰੂ ਆਪ ਇਹ ਮਨ ਉਸ ਪਰਮਾਤਮਾ ਦੇ ਹਵਾਲੇ ਕਰ ਦੇਗਾ। ਪਾਤਸ਼ਾਹ ਕਹਿੰਦੇ, ਸਭਨਾ ਗੱਲਾਂ ਸਮਰੱਥ ਸੁਆਮੀ, ਜਿਹੜਾ ਪਰਮਾਤਮਾ ਵਾਹਿਗੁਰੂ ਹੈ, ਸੋ ਕਿਉਂ ਮਨੋਂ ਵਿਸਾਰੇ ਭੋਲਿਆ ਮੇਰਿਆ ਮਨਾ। ਉਸ ਪਰਮਾਤਮਾ ਨੂੰ ਕਿਉਂ ਆਪਣੇ ਮਨ ਦੇ ਅੰਦਰੋਂ ਵਿਸਾਰ ਰਿਹਾ ਹੈ? ਕਿਉਂ ਆਪਣੇ ਮਨ ਦੇ ਅੰਦਰੋਂ ਉਸ ਪਰਮਾਤਮਾ ਨੂੰ ਭੁਲਾ ਰਿਹਾ ਹੈ ਤੂੰ? ਸੋ ਕਿਉਂ ਮਨੋਂ ਵਿਸਾਰੇ। ਤੇ ਅਖੀਰ ਤੇ ਪਾਤਸ਼ਾਹ ਨੇ ਫਿਰ ਆਖਿਆ, ਕਹਿ ਨਾਨਕ ਮਨ ਮੇਰੇ। ਮਨ ਮੰਮੇ ਦੇ ਉੱਪਰ ਟਿੱਪੀ ਇੱਥੇ, ਕਹਿ ਨਾਨਕ ਮਨ ਮੇਰੇ। ਇਹ ਮੇਰੇ ਮਨਾ ਹੁਣ ਤੇ ਕਹਿੰਦੇ ਮਨ ਜਾ। ਗੁਰੂ ਅਮਰਦਾਸ ਸਾਹਿਬ ਕਹਿੰਦੇ ਹੁਣ ਤੇ ਮਨ ਜਾ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਦਾ ਹਰੀ ਪਰਮਾਤਮਾ ਦੇ ਨਾਲ ਰਹਿ। ਮੇਰੇ ਮਨਾ ਇਸ ਗੱਲ ਨੂੰ ਮੰਨ ਜਾ, ਇਸ ਗੱਲ ਨੂੰ ਸਮਝ ਜਾ ਕਿ ਜੇ ਮਨ ਜਾਗ ਗਿਆ, ਅਜੇ ਤੇ ਮਨ ਸੁੱਤਾ ਪਿਆ ਹੈ ਸਾਡਾ, ਮਾਇਆ ਵਾਲੇ ਪਾਸੇ, ਭਰਮ ਵਾਲੇ ਪਾਸੇ, ਇਸ ਨੀਂਦ ਦੇ ਅੰਦਰ ਸੁੱਤਾ ਹੈ। ਜਿਸ ਦਿਨ ਇਹ ਮਨ ਗੁਰੂ ਦੀ ਕਿਰਪਾ ਨਾਲ ਜਾਗ ਗਿਆ ਨਾ, ਜਿਸ ਦਿਨ ਇਸ ਮਨ ਦੇ ਅੰਦਰ ਰਹਿਮਤਾਂ ਗੁਰੂ ਨੇ ਬਖਸ਼ਿਸ਼ਾਂ ਬਖਸ਼ ਦਿੱਤੀਆਂ, ਫਿਰ ਇਹ ਗੱਲ ਸਮਝ ਆ ਜਾਂਦੀ ਹੈ ਕਿ ਮਨ ਤੇ ਪਰਮਾਤਮਾ ਨਾਲ ਜੁੜਨ ਦੇ ਵਾਸਤੇ ਹੈ। ਮਨ ਦੇ ਅੰਦਰੋਂ ਉਸ ਪਰਮਾਤਮਾ ਨੂੰ ਖੋਜਣਾ ਹੈ। ਅਖੀਰ ਤੇ ਪਾਤਸ਼ਾਹ ਨੇ ਆਖਿਆ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਕਹਿੰਦੇ ਮੈਂ ਤੈਨੂੰ ਫਿਰ ਕਹਿਣਾ। ਵੇਖੋ ਤੀਜੀ ਵਾਰ ਇਹ ਕਹਿ ਦਿੱਤਾ ਇੱਕੋ ਬੰਦ ਦੇ ਅੰਦਰ, ਤੀਸਰੀ ਵਾਰ। ਪਹਿਲਾ ਹੈ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ। ਫਿਰ ਆਖਿਆ ਹਰ ਨਾਲ ਰਹੋ ਤੂੰ ਮਨ ਮੇਰੇ। ਦੂਜਾ, ਤੀਜਾ ਅਖੀਰ ਤੇ ਫਿਰ ਕਹਿ ਦਿੱਤਾ, ਕਹਿੰਦੇ ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਮੇਰਿਆ ਮਨਾ ਸਦਾ ਪਰਮਾਤਮਾ ਦੇ ਨਾਲ ਜੁੜਿਆ ਰਹਿ, ਪਰਮਾਤਮਾ ਦਾ ਬਣਿਆ ਰਹਿ। ਇਹ ਜਿੰਨੇ ਵੀ ਭਰਮ ਨੇ, ਇਹ ਭਰਮ ਸੱਚਮੁੱਚ ਦੇ ਹੀ ਭਰਮ ਪੈਦਾ ਕਰਨ ਵਾਲੇ ਨੇ, ਇਹਨਾਂ ਵਿੱਚੋਂ ਕੁਝ ਵੀ ਹਾਸਲ ਨਹੀਂ ਹੋਣਾ। ਜਦੋਂ ਪਰਮਾਤਮਾ ਨਾਲ ਜੁੜ ਗਿਆ, ਜਿਸ ਦਿਨ ਇਹ ਮਨ, ਜਿਸ ਦਿਨ ਇਹ ਪਰਮਾਤਮਾ ਦੇ ਨਾਲ ਇੱਕਮਿਕ ਹੋ ਗਿਆ, ਉਸ ਦਿਨ ਪਰਮਾਤਮਾ ਦੀ ਪ੍ਰਾਪਤੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਸਮਾਂ ਆਪਣਾ ਸਮਾਪਤ ਹੈ। ਇਹ ਜਿਹੜਾ ਮਨ ਹੈ ਨਾ, ਇਹ ਭਟਕਣਾ ਉਸੇ ਦਿਨ ਰੁਕੇਗਾ, ਇਹਦੀ ਭਟਕਣਾ ਉਸ ਦਿਨ ਖਤਮ ਹੋਏਗੀ ਜਿਸ ਦਿਨ ਅਸੀਂ ਆਪਣਾ ਇਹ ਮਨ ਜਿਹੜਾ ਹੈ ਗੁਰੂ ਦੇ ਹਵਾਲੇ ਕਰ ਦਿਆਂਗੇ। ਜਿਸ ਦਿਨ ਇਹ ਮਨ ਗੁਰੂ ਨੂੰ ਸੌਂਪ ਦਿਆਂਗੇ ਨਾ। ਬਾਬਾ ਅਮਰਦਾਸ 20 ਵਾਰ ਗੰਗਾ 'ਤੇ ਗਏ। ਕੱਲ੍ਹ ਆਪ ਜੀ ਨੇ ਸ਼ਰਵਣ ਕੀਤਾ, 20 ਵਾਰ ਮਨ ਭਟਕਦਾ ਸੀ, ਮਨ ਕਾਬੂ ਵਿੱਚ ਨਹੀਂ ਆਇਆ। 20 ਵਾਰ ਗੰਗਾ 'ਤੇ ਗਏ, 6 ਮਹੀਨੇ ਬਾਅਦ ਪੈਦਲ, ਹਰ ਵਾਰ ਪੈਦਲ। ਉੱਥੇ ਜਾ ਕੇ ਗੰਗਾ ਦੇ ਕੰਢੇ 'ਤੇ ਬੈਠ ਕੇ ਹਵਨ ਕਰਦੇ ਨੇ, ਨਮਾਮ ਗੰਗੇ ਨਮਾਮ ਗੰਗੇ, ਗੰਗਾ ਦੀ ਉਸਤਤ ਕਰਦੇ ਨੇ, ਗੰਗਾ ਦੀ ਆਰਤੀ ਕਰਦੇ ਨੇ। ਮਨ ਭਟਕਣਾ ਫਿਰ ਵੀ ਨਹੀਂ ਰੁਕਿਆ। ਪਰ ਜਿਸ ਦਿਨ ਸਿਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਰੱਖ ਦਿੱਤਾ ਸੀ ਨਾ, ਜਾ ਕੇ ਜਿਸ ਦਿਨ ਆਪਣਾ ਮਨ ਉਹਨਾਂ ਦੇ ਹਵਾਲੇ ਹੀ ਕਰ ਦਿੱਤਾ ਸੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ, ਉਸ ਦਿਨ ਉਹ ਮਨ ਜਾਗਿਆ। ਪਹਿਲਾਂ ਸੁੱਤਾ ਪਿਆ ਸੀ, ਫਿਰ ਉਹ ਮਨ ਜਾਗਿਆ। ਜਦੋਂ ਮਨ ਗੁਰੂ ਨੂੰ ਹੀ ਦੇ ਦਿੱਤਾ, ਵੇਖੋ ਤੇ ਕਿੰਨੀਆਂ ਗੁਰੂ ਦੀਆਂ ਰਹਿਮਤਾਂ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਤਖਤ ਹੀ ਉਸ ਮਨ ਦੇ ਮਾਲਕ ਬਾਬੇ ਅਮਰਦਾਸ ਨੂੰ ਬਖਸ਼ ਦਿੱਤਾ। ਗੱਲ ਤੇ ਆਹ ਹੀ ਹੈ, ਬਸ ਗੁਰੂ ਨੂੰ ਸੌਂਪਣਾ ਹੈ, ਗੁਰੂ ਦੇ ਹਵਾਲੇ ਕਰ ਦੇਣਾ ਹੈ। ਫਿਰ ਗੁਰੂ ਜਾਣੇ ਤੇ ਗੁਰੂ ਦਾ ਕੰਮ ਜਾਣੇ। ਸਤਿਗੁਰੂ ਰਹਿਮਤ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਗੁਰ ਸ਼ਬਦ ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਸੱਚੇ ਪਾਤਸ਼ਾਹ ਤੇ ਆਪ ਸਰਬੱਤ ਸੰਗਤ ਬਖਸ਼ਣਹਾਰ ਹੋ ਜੀ। ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।